ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਸਤਿੰਦਰ ਪੰਨੂ। ਹਰ ਰੋਜ਼ ਇੰਤਜ਼ਾਰ ਰਹਿੰਦਾ ਹੈ ਤੁਹਾਨੂੰ ਵੀ ਪ੍ਰੋਗਰਾਮ ਦਾ ਤੇ ਹਰ ਰੋਜ਼ ਖਬਰਾਂ ਤੇ ਚੰਗੀ ਤਰ੍ਹਾਂ ਜਾਣਕਾਰੀ ਦਿੰਦੇ ਨੇ ਨਾਮਵਰ ਪੱਤਰਕਾਰ ਸਤਿੰਦਰ ਪੰਨੂ ਜੀ। ਸਵਾਗਤ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੰਨੂ ਸਾਹਿਬ ਸਵਾਗਤ ਜੀ ਬਹੁਤ-ਬਹੁਤ। ਪੰਨੂ ਸਾਹਿਬ, ਅਮਰੀਕਾ ਨੇ ਕੋਵੈਕਸਿਨ ਜਿਹੜੀ ਦਵਾਈ ਹੈ ਭਾਰਤ ਵੱਲੋਂ ਤਿਆਰ ਕੀਤੀ ਗਈ ਹੈ ਇੱਕ ਹੋਰ ਕੰਪਨੀ ਨਾਲ ਮਿਲ ਕੇ, ਉਹਨੂੰ ਐਮਰਜੈਂਸੀ ਮਨਜ਼ੂਰੀ ਤੋਂ ਮਨਾ ਕਰ ਦਿੱਤਾ। ਇਹਦਾ ਕਾਰਨ ਕੀ ਹੈ? ਚਰਚਾ ਲੰਬੇ ਸਮੇਂ ਤੋਂ ਚੱਲਦੀ ਸੀ। ਨਵਜੀਤ ਜੀ, ਜਦੋਂ ਤੋਂ ਇਹ ਕਰੋਨਾ ਵਾਇਰਸ ਦਾ ਚੱਕਰ ਚੱਲਿਆ, ਪਹਿਲਾਂ ਦਵਾਈਆਂ ਮਿਲਦੀਆਂ ਨਹੀਂ ਸੀ, ਜੇ ਬਣੀਆਂ ਹੀ ਬਣੀਆਂ। ਸਾਨੂੰ ਭਾਰਤ ਵਾਲਿਆਂ ਨੂੰ ਇਸ ਗੱਲ ਦਾ ਮਾਣ ਸੀ ਕਿ ਜਿਹੜੀਆਂ ਪਹਿਲੀਆਂ 3 ਦਵਾਈਆਂ ਬਣੀਆਂ ਜੀ, ਉਹਨਾਂ 3 ਚੋਂ 2 ਦਵਾਈਆਂ ਸਾਡੇ ਭਾਰਤ ਵਿੱਚ ਬਣ ਰਹੀਆਂ ਨੇ। ਇੱਕ ਤਾਂ ਆਕਸਫੋਰਡ ਯੂਨੀਵਰਸਿਟੀ ਤੇ ਆਸਟਰਾਜ਼ੈਨੇਕਾ ਦੀ ਕੋਲੈਬੋਰੇਸ਼ਨ ਦੇ ਵਿੱਚ, ਉਹਦੇ 'ਚ ਸਾਡੇ ਭਾਰਤ ਦਾ ਸੀਰਮ ਇੰਸਟੀਚਿਊਟ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਬਣਾਉਣ ਵਾਲਾ ਅਦਾਰਾ, ਉਹ ਸ਼ਾਮਲ ਸੀ। ਦੂਸਰਾ, ਸਾਡੇ ਭਾਰਤ ਬਾਇਓਟੈਕ ਨੇ ਆਖਿਆ ਕਿ ਕੋਵੈਕਸਿਨ ਅਸੀਂ ਬਣਾ ਰਹੇ ਹਾਂ। ਭਾਰਤ ਸਰਕਾਰ ਨੇ ਵੀ ਕੋਵੈਕਸਿਨ ਨੂੰ ਬਹੁਤ ਚੁੱਕਿਆ। ਜਦੋਂ ਦੋਵੇਂ ਦਵਾਈਆਂ ਆਈਆਂ ਤੇ ਦੋਵਾਂ ਦੀਆਂ ਕੀਮਤਾਂ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ। ਜਿਹੜੀ ਕੋਵੈਕਸਿਨ ਆ ਉਹ ਮਹਿੰਗੀ ਤੇ ਕੋਵਿਸ਼ੀਲਡ ਸਸਤੀ ਜੀ। ਇਹ 3 ਮਹੀਨੇ ਲੰਘਣ ਤੋਂ ਬਾਅਦ, 4 ਮਹੀਨੇ ਲੰਘਣ ਤੋਂ ਬਾਅਦ ਭੇਦ ਖੁੱਲ੍ਹਾ ਕਿ ਜਿਹੜੀ ਕੋਵੈਕਸਿਨ ਆ ਉਹਨੂੰ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅਜੇ ਤੱਕ ਪ੍ਰਵਾਨ ਹੀ ਨਹੀਂ ਕੀਤਾ। WHO ਨੇ ਮਨਜ਼ੂਰ ਹੀ ਨਹੀਂ ਕੀਤਾ। ਔਰ ਦੂਸਰੇ ਦੇਸ਼ਾਂ 'ਚ ਜਾਣ ਲੱਗਿਆਂ ਏਅਰਪੋਰਟ ਦੇ ਉੱਤੇ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਵੈਕਸੀਨ ਲਵਾਈ ਆ, ਉਹਨੂੰ ਉੱਥੋਂ ਰੱਦ ਕਰ ਦਿੰਦੇ ਆ ਕਿ ਇਹ ਤਾਂ ਵੈਕਸੀਨ WHO ਦੀ ਲਿਸਟ ਵਿੱਚ ਨਹੀਂ ਆਉਂਦੀ, ਤੁਸੀਂ ਤਾਂ ਨਹੀਂ ਅਪਲਾਈ ਕਰ ਸਕਦੇ, ਤੁਸੀਂ ਜਹਾਜ਼ 'ਤੇ ਨਹੀਂ ਚੜ੍ਹ ਸਕਦੇ। ਫਿਰ ਭਾਰਤ ਬਾਇਓਟੈਕ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕੀਤਾ, ਤੁਸੀਂ WHO ਤੋਂ ਹੁਣ ਤੱਕ ਮਨਜ਼ੂਰ ਕਿਉਂ ਨਹੀਂ ਕਰਾਈ? ਕਹਿੰਦੇ ਜੀ 90% ਡਾਕੂਮੈਂਟਸ ਦਿੱਤੇ ਆ, 10% ਰਹਿੰਦੇ ਦੇ ਦਿਆਂਗੇ ਜੀ। ਉਹ 10% ਛੱਡ ਕੇ ਜੇ 1% ਵੀ ਰਹਿੰਦਾ ਹੋਵੇ ਨਾ ਤੇ ਉਹਨੂੰ ਸ਼ੱਕੀ ਮਾਮਲਾ ਗਿਣਿਆ ਜਾਂਦਾ ਜੀ ਕਿ ਇੱਕ ਕਿਉਂ ਲੁਕਾ ਲਿਆ ਗਿਆ। ਹੁਣ ਤੱਕ ਇਹਨਾਂ ਤੋਂ 10% ਨਹੀਂ ਦਿੱਤੇ ਗਏ। ਉਹ 10% ਨਾ ਦੇਣਾ ਦੱਸਦਾ ਕਿਤੇ ਨਾ ਕਿਤੇ ਕੁਛ ਗੜਬੜ। ਇਹ ਦਵਾਈ ਜਦੋਂ ਹੁਣ ਵੱਖ-ਵੱਖ ਦੇਸ਼ਾਂ 'ਚ ਜਾਂਦੀ ਹੈ ਤੇ ਉਹ ਇਹਨੂੰ ਐਮਰਜੈਂਸੀ ਵਰਤੋਂ ਵਾਸਤੇ ਵੀ ਮਨਜ਼ੂਰ ਨਹੀਂ ਕਰ ਰਹੇ। ਰੂਟੀਨ ਤੇ ਵੱਖਰੀ ਗੱਲ ਹੈ, ਵੈਕਸੀਨ ਦੇ ਤੌਰ ਤੇ ਵੈਕਸੀਨੇਸ਼ਨ ਕਰਨਾ ਤੇ ਹੋਰ ਗੱਲ, ਐਮਰਜੈਂਸੀ ਵਿੱਚ ਵੀ ਉਹ ਕਹਿੰਦੇ ਨਹੀਂ ਵਰਤਣੀ ਜੀ। ਭਾਰਤ ਭਾਰਤ ਵਿੱਚ ਧੜਾ-ਧੜ ਲੱਗੀ ਜਾ ਰਹੀ ਹੈ। ਇਹ ਕੌਣ ਲਵਾ ਰਿਹਾ? ਫਿਰ ਜੇ ਦੁਨੀਆ ਭਰ 'ਚ ਉਹ ਦਵਾਈ ਮਨਜ਼ੂਰ ਨਹੀਂ, ਪ੍ਰਵਾਨ ਨਹੀਂ, ਤੇ ਫਿਰ ਭਾਰਤ ਵਿੱਚ ਕਿੱਦਾਂ ਇਹਦੀ ਮਨਜ਼ੂਰੀ ਦਿੱਤੀ ਗਈ ਹੈ? ਭਾਰਤ ਵਿੱਚ ਕਿੱਦਾਂ ਇਹ ਲੱਗ ਰਹੀ ਹੈ? ਰੌਲਾ ਪੈ ਰਿਹਾ ਪਰਸੋਂ ਦਾ। ਸਰਕਾਰ ਇੱਥੇ ਚੁੱਪ ਹੈ। ਆਖਰ ਕਿਉਂ ਚੁੱਪ ਹੈ? ਹੁਣ ਅਮਰੀਕਾ ਦੇ ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ, FDA, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਸ ਦਵਾਈ ਨੂੰ, ਇਸ ਵੈਕਸੀਨ ਨੂੰ ਉਸ ਸਟੈਂਡਰਡ ਦੀ ਨਹੀਂ ਮੰਨਦੇ, ਅਸੀਂ ਇਹਨੂੰ ਐਮਰਜੈਂਸੀ ਵਰਤੋਂ ਵਾਸਤੇ ਵੀ ਨਹੀਂ ਮੰਨ ਰਹੇ। ਇਹਦੇ ਬਾਵਜੂਦ ਭਾਰਤ ਸਰਕਾਰ ਇੱਥੇ, ਜਦੋਂ ਤੁਹਾਨੂੰ ਪਤਾ ਕਿ ਦੁਨੀਆ ਨੂੰ ਨਹੀਂ ਮੰਨ ਰਹੀ, ਜਾਂ ਤਾਂ ਤੁਸੀਂ ਇਹਨੂੰ ਕੋਈ ਪ੍ਰਵਾਨਗੀ ਦਿਓ ਜੀ ਔਰ WHO ਤੋਂ ਵੀ ਦਵਾਓ, ਤੇ ਜੇ ਤੁਸੀਂ WHO ਤੋਂ ਅਜੇ ਤੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਇਹਨੂੰ ਪ੍ਰਵਾਨਗੀ ਨਹੀਂ ਦਵਾ ਸਕੇ ਤਾਂ ਫਿਰ ਮੰਨ ਲਓ ਕਿ ਦਵਾਈ ਸਬ ਸਟੈਂਡਰਡ ਹੈ। ਫਿਰ ਤੁਸੀਂ ਮੰਨ ਲਓ ਕਿ ਕੋਵਿਸ਼ੀਲਡ ਦੇ ਜਾਂ ਬਾਕੀ ਜਿਹੜੀਆਂ ਸੰਸਾਰ ਪੱਧਰ ਦੀਆਂ ਦਵਾਈਆਂ ਉਹਨਾਂ ਦੇ ਮੁਕਾਬਲੇ ਦੀ ਨਹੀਂ। ਸਪੂਤਨਿਕ V ਨੂੰ ਕਿੰਨਾ ਚਿਰ ਕਹਿੰਦੇ ਰਹੇ ਕਿ ਉਹ ਕੰਮ ਦੀ ਨਹੀਂ, ਪਰ ਉਹ ਤਾਂ ਦੁਨੀਆ ਦੇ ਉੱਤੇ ਚੱਲ ਪਈ ਹੈ। ਚੀਨ ਵਾਲਿਆਂ ਦੀ ਇੱਕ ਦਵਾਈ ਨੂੰ ਵੀ ਕਹਿੰਦੇ ਸੀ ਕੰਮ ਦੀ ਨਹੀਂ, ਉਹਨਾਂ ਟੈਸਟ ਠੀਕ ਨਹੀਂ ਕੀਤੇ, ਉਹ ਤਾਂ ਚੱਲ ਪਈ ਹੈ। ਜਿਹੜੀ ਫਾਈਜ਼ਰ ਸੀ ਉਹ ਚੱਲਦੀ ਪਈ ਹੈ। ਇਹ ਜਿਹੜੀ ਹੈ, ਇਹ ਆਖਿਰਕਾਰ ਕਿਤੇ ਨਾ ਕਿਤੇ ਤਾਂ ਡਿੱਕਾ ਹੋਵੇਗਾ ਜਿਹੜੀ ਅਜੇ ਤੱਕ ਨਹੀਂ ਚੱਲ ਸਕੀ। ਬਾਕੀ ਦੇਸ਼ ਨੂੰ ਪ੍ਰਵਾਨ ਨਹੀਂ ਕਰ ਰਹੇ, WHO ਪ੍ਰਵਾਨ ਨਹੀਂ ਕਰ ਰਿਹਾ। ਆਖਿਰਕਾਰ ਭਾਰਤ ਸਰਕਾਰ ਦਾ ਸਿਹਤ ਮੰਤਰਾਲਾ ਕਰਦਾ ਕੀ ਹੈ? ਉਹਦੇ ਕੋਲ ਕੰਮ ਹੋਰ ਕੀ ਹੈ? ਜੋ ਇਸ ਦਵਾਈ ਬਾਰੇ ਇੰਨਾ ਚੈੱਕ ਨਹੀਂ ਕਰ ਸਕੇ ਦਵਾਈ ਕੰਮ ਦੀ ਹੈਗੀ ਕਿ ਨਹੀਂ ਹੈਗੀ। ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਜਿਹੜੀ ਹੈ ਉਹ ਇਹਦੇ ਉੱਤੇ ਕੋਈ ਰਿਪੋਰਟ ਦੇ ਦੇਵੇ। ਕਿਸੇ ਪਾਸੇ ਗੱਲ ਤਾਂ ਲੱਗਣੀ ਚਾਹੀਦੀ ਹੈ, ਉਹ ਗੱਲ ਨਹੀਂ ਲੱਗ ਰਹੀ। ਜਿਹੜੇ ਲੋਕ ਪੈਸੇ ਖਰਚ ਕੇ, ਮਹਿੰਗੇ ਪੈਸੇ ਖਰਚ ਕੇ ਇਹ ਦਵਾਈ ਲਵਾ ਰਹੇ ਆ ਔਰ ਪ੍ਰਾਈਵੇਟ ਹਸਪਤਾਲਾਂ 'ਚ ਵੀ ਲੱਗ ਰਹੀ ਆ, ਉਹ ਫਿਰ ਕੱਲ੍ਹ ਨੂੰ ਜੇ ਜਾ ਕੇ ਏਅਰਪੋਰਟਾਂ ਦੇ ਉੱਤੇ ਫਸ ਜਾਣਾ, ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਤੇ ਉਹ ਕੀ ਕਰਨਗੇ? ਇਹਦੇ ਉੱਤੇ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਔਰ ਜਿਹੜੇ ਪਾਰਲੀਮੈਂਟ ਮੈਂਬਰਸ ਨੇ ਜਾਂ ਸੂਬਿਆਂ ਦੀਆਂ ਸਰਕਾਰਾਂ ਨੇ, ਉਹਨਾਂ ਸਾਰਿਆਂ ਨੂੰ ਕੇਂਦਰ ਸਰਕਾਰ 'ਤੇ ਇਸ ਗੱਲ ਲਈ ਜ਼ੋਰ ਦੇਣਾ ਚਾਹੀਦਾ ਕਿ ਇਹਦੇ ਉੱਤੇ ਛੇਤੀ ਧਿਆਨ ਦੇਵੇ। ਨਹੀਂ ਤਾਂ ਜਿੰਨੇ ਲੋਕ ਲਵਾ ਰਹੇ ਆ ਉਹਨਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ, ਉਹਨਾਂ ਦੀ ਜੇਬ ਵੀ ਕੱਟੀ ਜਾ ਰਹੀ ਹੈ, ਤੇ ਨਾਲ ਉਹਨਾਂ ਨੂੰ ਬਾਅਦ ਵਿੱਚ ਮਾਨਸਿਕ ਪਰੇਸ਼ਾਨੀ ਵੀ ਝੱਲਣੀ ਪੈਣੀ ਹੈ, ਜਿਹੜੀ ਇਸ ਕਰਕੇ ਝੱਲਣੀ ਪੈਣੀ ਹੈ ਕਿ ਸਾਡੇ ਦੇਸ਼ ਦੇ ਸਿਹਤ ਮੰਤਰਾਲੇ ਨੇ ਵਕਤ ਰਹਿੰਦਿਆਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਜੀ। ਪੰਨੂ ਸਾਹਿਬ, ਕੁਲਭੂਸ਼ਣ ਜਾਧਵ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ। ਪਾਕਿਸਤਾਨ ਨੇ ਇੱਕ ਹੁਣ ਕਾਨੂੰਨ ਪਾਸ ਕਰ ਦਿੱਤਾ ਹੈ। ਇਹ ਕੀ ਕਹਾਣੀ ਹੈ ਪੂਰੀ? ਇਹ ਅੰਤਰਰਾਸ਼ਟਰੀ ਅਦਾਲਤ ਦਾ ਦਬਾਅ ਹੈ ਜਾਂ ਫਿਰ ਭਾਰਤ ਸਰਕਾਰ ਦਾ ਪ੍ਰੈਸ਼ਰ?
ਕੁਲਭੂਸ਼ਣ ਜਾਧਵ ਸਾਡੇ ਭਾਰਤ ਦੇ ਸਮੁੰਦਰੀ ਫੌਜ ਦਾ ਰਿਟਾਇਰਡ ਅਫਸਰ ਸੀ। ਜੀ ਈਰਾਨ ਵਿੱਚ ਗਿਆ, ਉੱਥੋਂ ਗਾਇਬ ਹੋ ਗਿਆ। ਭਾਰਤ ਸਰਕਾਰ ਕਹਿੰਦੀ ਹੈ ਕਿ ਉੱਥੋਂ ਉਹਨੂੰ ਅਗਵਾ ਕਰਵਾਇਆ ਗਿਆ, ਕੁਝ ਗੈਂਗਾਂ ਨੂੰ ਕਹਿ ਕੇ, ਤੇ ਪਾਕਿਸਤਾਨ ਦੀ ਮਿਲਟਰੀ ਨੇ ਅਗਵਾ ਕਰਾਇਆ ਤਾਂ ਕਿ ਭਾਰਤ ਨੂੰ ਬਦਨਾਮ ਕੀਤਾ ਜਾ ਸਕੇ ਕਿ ਇਹਨਾਂ ਦੇ ਜਸੂਸ ਇੱਥੇ ਆ। ਜੀ ਉਹ ਕਹਿੰਦੇ ਜਸੂਸੀ ਕਰਨ ਆਇਆ ਸੀ। ਇਹਨੂੰ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਦੇ ਦਿੱਤੀ। ਭਾਰਤ ਸਰਕਾਰ ਕਹਿੰਦੀ ਰਹੀ ਕਿ ਸਾਡਾ ਰਿਟਾਇਰਡ ਅਫਸਰ ਆ, ਸਾਨੂੰ ਇਹਨੂੰ ਮਿਲ ਤਾਂ ਲੈਣ ਦਿਓ, ਮਿਲ ਨਹੀਂ ਦਿੱਤਾ ਗਿਆ। ਜਿਹਨੂੰ ਡਿਪਲੋਮੈਟਿਕ ਐਕਸੈਸ ਕਹਿੰਦੇ ਆ ਕਿ ਸਾਡੇ ਹਾਈ ਕਮਿਸ਼ਨ ਦੇ ਅਫਸਰਾਂ ਨੂੰ ਮਿਲਣ ਦਿਓ, ਨਹੀਂ ਮਿਲਣ ਦਿੱਤਾ ਗਿਆ। ਫਿਰ ਭਾਰਤ ਸਰਕਾਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਚਲੀ ਗਈ। ਉੱਥੇ ਦੋਵਾਂ ਤਰ੍ਹਾਂ ਦੀ ਆਪਸ ਵਿੱਚ ਬਹਿਸ ਚੱਲ ਪਈ, ਦੋਵਾਂ ਤਰ੍ਹਾਂ ਦੇ ਵਕੀਲ ਭਿੜਦੇ ਰਹੇ। ਅੰਤ ਨੂੰ ਨਤੀਜਾ ਕੀ ਆ? ਉੱਥੇ ਜਾ ਕੇ ਭਾਰਤ ਸਰਕਾਰ ਨੇ ਆਖਿਆ ਕਿ ਸਭ ਤੋਂ ਪਹਿਲੀ ਗੱਲ ਕਿ ਇਹ ਜਦੋਂ ਦੁਨੀਆ ਪੱਧਰ ਦੇ ਉੱਤੇ ਗੱਲ ਮੰਨੀ ਗਈ ਆ ਕਿ ਜਿੱਥੋਂ ਦਾ ਨਾਗਰਿਕ ਹੋਵੇ ਉੱਥੋਂ ਦੀ ਸਰਕਾਰ ਨੂੰ ਤੁਸੀਂ ਡਿਪਲੋਮੈਟਿਕ ਐਕਸੈਸ ਦਿਓ, ਉਹਨਾਂ ਦਾ ਕੋਈ ਹਾਈ ਕਮਿਸ਼ਨ ਦਾ ਅਫਸਰ ਆ ਕੇ ਮਿਲ ਸਕੇ, ਤੁਸੀਂ ਮਿਲ ਕਿਉਂ ਨਹੀਂ ਦਿੱਤਾ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਹ ਗੱਲ ਮੰਨੀ। ਦੂਜੀ ਗੱਲ, ਉੱਥੇ ਭਾਰਤ ਸਰਕਾਰ ਨੇ ਜਾ ਕੇ ਇਹ ਕਹੀ ਕਿ ਇਸ ਬੰਦੇ ਨੂੰ ਜਿਹੜੇ ਫੌਜੀ ਅਫਸਰਾਂ ਨੇ ਸਜ਼ਾ ਦਿੱਤੀ ਹੈ ਮੌਤ ਦੀ, ਦੋਸ਼ੀ ਡਿਕਲੇਅਰ ਕੀਤਾ, ਉਹਨਾਂ ਫੌਜੀ ਅਫਸਰਾਂ ਦੀ ਲਿਸਟ ਪੜ੍ਹੋ, ਉਹਨਾਂ ਸਿਰਫ ਫੌਜ ਦੀ ਪੜ੍ਹਾਈ ਕੀਤੀ ਹੈ। ਉਹਨਾਂ ਦੇ ਇੱਕ ਕੋਰਟ ਮਾਰਸ਼ਲ ਕਰ ਦਿੱਤਾ ਗਿਆ, ਫੌਜੀ ਕੋਰਟ ਬਣਾ ਦਿੱਤੀ ਗਈ। ਜੀ ਪਰ ਉਸ ਫੌਜੀ ਕੋਰਟ ਦੇ ਅਫਸਰਾਂ ਨੂੰ ਕਾਨੂੰਨ ਦਾ ਤਾਂ ਪਤਾ ਹੋਣਾ ਚਾਹੀਦਾ। ਉਹਨਾਂ 'ਚ ਇੱਕ ਵੀ ਅਫਸਰ ਉਹ ਨਹੀਂ ਸੀ ਜਿਹਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੋਵੇ। ਸਾਡੇ ਭਾਰਤ ਵਿੱਚ ਵੀ ਜਿਹੜਾ ਫੌਜ ਦੇ ਵਿੱਚ ਕੋਰਟ ਦਾ ਸਿਸਟਮ ਹੈਗਾ, ਉਹ ਜਿਹੜੇ ਜੱਜ ਐਡਵੋਕੇਟ ਜਨਰਲ ਸਾਡਾ ਡਿਪਾਰਟਮੈਂਟ ਹੈ, ਉਹਦੇ ਵਿੱਚ ਜਿਹੜੇ ਅਫਸਰ ਲਾਏ ਜਾਂਦੇ ਆ ਉਹ ਹੁੰਦੇ ਆ ਜਿਨ੍ਹਾਂ ਕਾਨੂੰਨ ਦੀ ਪੜ੍ਹਾਈ ਕੀਤੀ ਹੋਵੇ। ਪਾਕਿਸਤਾਨ ਦੇ ਜਿਹੜੀ ਮਿਲਟਰੀ ਕੋਰਟ ਨੇ ਕੁਲਭੂਸ਼ਣ ਜਾਧਵ ਨੂੰ ਸਜ਼ਾ ਦਿੱਤੀ, ਉਹਨਾਂ 'ਚ ਕੋਈ ਵੀ ਕਾਨੂੰਨ ਦੀ ਪੜ੍ਹਾਈ ਨਹੀਂ ਸੀ ਪੜ੍ਹਿਆ। ਇਹ ਸਾਰਾ ਮਾਮਲਾ ਸੁਣਵਾਈ ਤੋਂ ਬਾਅਦ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਹ ਫੈਸਲਾ ਦਿੱਤਾ। ਉਹਨੂੰ ਫੈਸਲਾ ਸਰਬਸੰਮਤੀ ਵਰਗਾ ਕਵਾਂਗੇ, ਸਰਬਸੰਮਤੀ ਨਹੀਂ ਪਰ ਸਰਬਸੰਮਤੀ ਵਰਗਾ। ਉਹਨੇ ਆਖਿਆ ਜੀ ਫਾਂਸੀ ਰੋਕ ਦਿਓ, ਇਹਦੇ ਉੱਤੇ ਦੁਬਾਰਾ ਸੁਣਵਾਈ ਕਰੋ ਔਰ ਭਾਰਤ ਸਰਕਾਰ ਨੂੰ ਡਿਪਲੋਮੈਟਿਕ ਐਕਸੈਸ ਦਿਓ, ਇਹਦੇ ਅਫਸਰਾਂ ਨੂੰ ਮਿਲਣ ਦਿਓ ਔਰ ਭਾਰਤ ਸਰਕਾਰ ਨੂੰ ਆਪਣੇ ਆਦਮੀ ਦੀ ਸੁਣਵਾਈ ਉਹਦੀ ਜਿਹੜੀ ਹੈਗੀ ਆ ਪੈਰਵੀ ਕਰਨ ਦਾ ਹੱਕ ਦਿਓ। ਮੈਂ ਇਹਨੂੰ ਸਰਬਸੰਮਤੀ ਵਰਗਾ ਕਿਉਂ ਕਹਿਣਾ? ਉੱਥੇ 16 ਜੱਜ ਬੈਠੇ ਸੀ, 16 ਜਾਂ 15 ਜੀ, ਉਹਨਾਂ ਚੋਂ 15 ਨੇ ਭਾਰਤ ਦੇ ਪੱਖ 'ਚ ਫੈਸਲਾ ਦਿੱਤਾ। ਸਿਰਫ ਇੱਕ ਜੱਜ ਜਿਹੜਾ ਉਹ ਭਾਰਤ ਦੇ ਖਿਲਾਫ ਪਾਕਿਸਤਾਨ ਦੇ ਹੱਕ 'ਚ ਭੁਗਤਿਆ, ਤੇ ਉਹ ਇਸ ਕਰਕੇ ਭੁਗਤਿਆ ਕਿਉਂਕਿ ਉਹ ਪਾਕਿਸਤਾਨ ਦਾ ਜੱਜ ਸੀ, ਪਾਕਿਸਤਾਨੀ ਸਿਟੀਜ਼ਨ ਸੀ। ਉਹਨੇ ਭੜ ਕੇ ਆਪਣੇ ਦੇਸ਼ ਵਿੱਚ ਵੀ ਜਾਣਾ ਸੀ। ਪਤਾ ਉਹਨੂੰ ਵੀ ਸੀ ਕਿ ਪਾਕਿਸਤਾਨ ਗਲਤ ਕਰ ਰਿਹਾ, ਪਰ ਉਹ ਆਪਣੇ ਦੇਸ਼ ਦੇ ਖਿਲਾਫ ਖੜੋ ਨਹੀਂ ਸੀ ਸਕਦਾ। ਜੇ ਖੜੋਵੇ ਤੇ ਭੜ ਕੇ ਉਸ ਦੇਸ਼ 'ਚ ਵੜ ਨਹੀਂ ਸਕਦਾ। ਇਸ ਕਰਕੇ ਉਹਨੇ ਪਾਕਿਸਤਾਨ ਦਾ ਪੱਖ ਪੂਰਿਆ। ਬਾਕੀ ਦੁਨੀਆ ਭਰ ਦੇ ਜਿੰਨੇ ਜੱਜ ਉੱਥੇ ਬੈਠੇ ਸਨ 15-16, ਉਹ ਸਾਰੇ ਦੇ ਸਾਰੇ ਭਾਰਤ ਦੇ ਪੱਖ 'ਚ ਭੁਗਤੇ। ਹੁਣ ਉਹਦੇ ਸਵਾਲ ਦੇ ਉੱਤੇ ਪਹਿਲਾਂ ਪਾਕਿਸਤਾਨ ਦੀ ਸਰਕਾਰ ਟਾਲਦੀ ਰਹੀ, ਫਾਂਸੀ ਤਾਂ ਰੋਕ ਦਿੱਤੀ। ਹੁਣ ਉਹਦੀ ਸੁਣਵਾਈ ਕਰਨੀ ਅੱਗੋਂ ਹਾਈ ਕੋਰਟ 'ਚ। ਇਹ ਕਹਿੰਦੇ ਰਹੇ ਤੁਸੀਂ ਵਕੀਲ ਕਰ ਦਿਓ, ਇਹ ਕਰ ਦਿਓ। ਉਹਨੇ ਆਖਿਆ ਨਾ, ਉਹ ਸਾਰਾ ਕੁਝ ਕਰੋ ਜੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਆਖਿਆ। ਉਹ ਕਰਨ ਲਈ ਇਹਨਾਂ ਨੂੰ ਕਾਨੂੰਨ ਜਿਹੜਾ ਉਹ ਸੋਧਣਾ ਪੈਣਾ ਸੀ। ਕੱਲ੍ਹ ਉੱਥੋਂ ਦੀ ਪਾਰਲੀਮੈਂਟ ਨੇ ਬਿੱਲ ਪਾਸ ਕਰ ਦਿੱਤਾ ਜਿਹਦੇ ਵਿੱਚ ਕੁਲਭੂਸ਼ਣ ਜਾਧਵ ਦੇ ਕੇਸ ਦੀ ਪੈਰਵੀ ਕਰਨ ਵਾਸਤੇ ਹਾਈ ਕੋਰਟ 'ਚ ਅਪੀਲ ਕੀਤੀ ਜਾ ਸਕਦੀ ਹੈ ਤੇ ਭਾਰਤ ਸਰਕਾਰ ਆਪਣਾ ਵਕੀਲ ਖੜਾ ਕਰ ਸਕਦੀ ਹੈ। ਇਹ ਤੋਂ ਅੱਗੇ ਕੀ ਹੋਊਗਾ ਇਹ ਫਿਰ ਵੇਖਾਂਗੇ, ਪਰ ਇਹ ਭਾਰਤ ਦੀ ਇੱਕ ਹੋਰ ਜਿੱਤ ਹੈ। ਪਹਿਲਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਜਾ ਕੇ ਫਾਂਸੀ ਜਿਹੜੀ ਆ ਹੁੰਦੀ ਰੁਕਵਾਉਣੀ, ਪਾਕਿਸਤਾਨ ਨੂੰ ਇਹ ਆਖਣਾ ਕਿ ਦੁਬਾਰਾ ਸੁਣਵਾਈ ਕਰੋ, ਪਾਕਿਸਤਾਨ ਨੂੰ ਇਹ ਆਖਣਾ ਕਿ ਤੁਹਾਡੀ ਮਿਲਟਰੀ ਕੋਰਟ ਦਾ ਫੈਸਲਾ ਗਲਤ ਹੈ, ਉਹ ਸਾਡੀ ਜਿੱਤ ਸੀ। ਉਸ ਤੋਂ ਬਾਅਦ ਆ ਜਿਹੜਾ ਕਿ ਪਾਕਿਸਤਾਨ ਦੀ ਸਰਕਾਰ ਇਸ ਗੱਲ ਵਾਸਤੇ ਮਜਬੂਰ ਹੋਵੇ ਕਿ ਉਹਨੂੰ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਪਾਸ ਕਰਨਾ ਪਵੇ, ਇਹ ਭਾਰਤ ਦੀ ਦੂਜੀ ਜਿੱਤ ਹੈ। ਅੱਗੋਂ ਆਸ ਰੱਖਣੀ ਚਾਹੀਦੀ ਹੈ ਕਿ ਕੁਲਭੂਸ਼ਣ ਜਾਧਵ ਦੀ ਜਾਨ ਬਚ ਜਾਏਗੀ। ਪਰ ਸਾਹਿਬ, ਮੁਖਲ ਰਾਏ ਦੇ TMC ਵਿੱਚ ਜਾਣ ਦੇ ਚਰਚੇ ਆ। ਇੱਕ ਚੀਜ਼ ਮੈਂ ਇੱਥੇ ਸਪਸ਼ਟ ਕਰਿਓ ਤੁਸੀਂ ਪਹਿਲਾਂ ਕਿ ਮਮਤਾ ਬੈਨਰਜੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਕਿ ਲਿਸਟ ਪਈ ਹੈ, 33 ਬੰਦੇ ਆਉਣ ਨੂੰ ਤਿਆਰ ਹੈ। ਇਹ ਉਹਦੀ ਸਾਰੀ ਕਾਰਵਾਈ ਦੇ ਤਹਿਤ ਹੋ ਰਿਹਾ ਜਾਂ ਇਹ ਥੋੜਾ ਅਲੱਗ ਮਸਲਾ ਹੈ? ਨਹੀਂ, ਇਹ ਅਲੱਗ ਮਸਲਾ। ਉਹ 33 ਤੋਂ ਵੀ ਵੱਧ ਕੇ 43 ਹੋ ਗਏ ਸੀ। ਮੁਕਲ ਰਾਏ ਜਦੋਂ ਤ੍ਰਿਣਮੂਲ ਕਾਂਗਰਸ ਬਣਾਈ ਗਈ ਹੈ ਜੀ, ਉਦੋਂ ਮਮਤਾ ਬੈਨਰਜੀ ਦੇ ਸਭ ਤੋਂ ਨੇੜਲੇ ਸਾਥੀਆਂ ਚੋਂ ਸੀ। ਨਰਿੰਦਰ ਮੋਦੀ ਸਰਕਾਰ ਆਈ, ਇਹਨਾਂ ਸ਼ਾਰਦਾ ਚਿੱਟ ਫੰਡ ਕੇਸ, ਨਾਰਦ ਕੇਸ ਜੀ, ਨਾਰਦ ਸਟਿੰਗ ਆਪਰੇਸ਼ਨ ਸੀ, ਇਹਨਾਂ ਸਾਰਿਆਂ 'ਚ ਮੁਕਲ ਰਾਏ ਨੂੰ ਨਿਸ਼ਾਨਾ ਬਣਾਇਆ। ਰੋਜ਼ ਸੱਦ ਕੇ ਬਿਠਾ ਲੈਂਦੇ ਸੀ। ਇੱਕ ਦਿਨ ਐਨਫੋਰਸਮੈਂਟ ਵਾਲੇ, ਦੂਸਰੇ ਦਿਨ ਇਨਕਮ ਟੈਕਸ ਵਾਲੇ, ਤੀਸਰੇ ਦਿਨ CBI ਵਾਲੇ। ਉਹਨੂੰ ਸੱਦ ਕੇ ਇੰਨਾ ਪਰੇਸ਼ਾਨ ਕਰਦੇ ਸੀ ਕਿ ਇੱਕ ਦਿਨ ਉਹਨੇ ਹਾਰ ਕੇ ਹੱਥ ਜੋੜ ਦਿੱਤੇ ਕਿ ਮੈਂ ਤ੍ਰਿਣਮੂਲ ਕਾਂਗਰਸ ਛੱਡੀ, ਮੈਂ ਤੁਹਾਡੇ 'ਚ ਆ ਗਿਆ ਜੀ। ਇਹਨਾਂ ਨੇ ਆਉਂਦਿਆਂ ਸਾਰੀ ਉਹਦੇ ਖਿਲਾਫ ਕਰਪਸ਼ਨ ਦੇ ਕੇਸ ਬੰਦ ਕਰ ਦਿੱਤੇ। ਉਹਨੂੰ ਸਾਰੇ ਹਿੰਦੁਸਤਾਨ ਦਾ ਭਾਰਤੀ ਜਨਤਾ ਪਾਰਟੀ ਦਾ ਮੀਤ ਪ੍ਰਧਾਨ ਬਣਾਤਾ, ਇਹਨਾਂ ਚੁੱਕ ਲਿਆ ਜੀ। ਇਹਦੇ ਤੋਂ ਪਹਿਲਾਂ ਇਹ ਆਂਧਰਾ ਪ੍ਰਦੇਸ਼ ਵਿੱਚ ਵੀ ਇਹ ਕਰ ਚੁੱਕੇ ਆ। ਆਂਧਰਾ ਪ੍ਰਦੇਸ਼ ਦੇ 6 ਪਾਰਲੀਮੈਂਟ ਮੈਂਬਰਾਂ 'ਚੋਂ
ਜਦੋਂ ਇਹਨਾਂ ਦੇ ਤੇਲਗੂ ਦੇਸ਼ਮ ਨਾਲ ਸੰਬੰਧ ਵਿਗੜੇ ਸਨ, ਇਹਨਾਂ ਦੇ ਸਭ ਤੋਂ ਸੀਨੀਅਰ ਬੁਲਾਰੇ GVL ਨਰਸਿਮਹਾ ਨੇ ਉਪ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਰਾਜ ਸਭਾ ਦੇ ਚੇਅਰਮੈਨ ਦੇ ਤੌਰ ਤੇ ਜੀ ਕਿ ਇਹ ਫਲਾਣਾ ਬੰਦਾ ਰਾਜ ਸਭਾ ਦਾ ਮੈਂਬਰ ਹੈ, ਤੇਲਗੂ ਦੇਸ਼ਮ ਵੱਲੋਂ ਆ, 300 ਕਰੋੜ ਰੁਪਏ ਦੇ ਘੁਟਾਲੇ 'ਚ ਸ਼ਾਮਲ ਹੈ, ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ, ਦੀ ਮੈਮਰੀ ਖਾਰਜ ਕੀਤੀ ਜਾਵੇ। ਉਹ ਵਿਚਾਰਾ ਡਰ ਗਿਆ, ਉਹ ਆ ਕੇ ਇਹਨਾਂ ਦੇ ਚਰਨੀ ਲੱਗਾ। ਚੌਥੇ ਦਿਨ ਤੱਕ ਉਹਨੇ ਆ ਕੇ ਆਖਿਆ ਜੀ ਮੈਂ ਭਾਜਪਾ 'ਚ ਸ਼ਾਮਲ ਹੋਣ ਤਿਆਰ ਹਾਂ। ਉਹ ਤੇਲਗੂ ਦੇਸ਼ਮ ਛੱਡ ਕੇ ਭਾਜਪਾ 'ਚ ਜੋ ਸ਼ਾਮਲ ਹੋ ਗਿਆ, ਉਸ ਦਿਨ ਤੋਂ ਬਾਅਦ ਉਹਦੇ ਸਾਰੇ ਕੇਸ ਜਿਹੜਾ ਸੀ ਠੱਪੇ ਗਏ, ਉਹਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਦਾ ਬੁਲਾਰਾ ਨਰਸਿਮਹਨ ਬੋਲਿਆ, ਨਾ ਉਪ ਰਾਸ਼ਟਰਪਤੀ ਸਾਹਿਬ ਨੇ ਕੁਝ ਕੀਤਾ। ਹੁਣ ਇੱਥੇ ਬਗਾਰ ਵਿੱਚ ਵੀ ਇਹੋ ਖੇਡ ਖੇਡੀ ਗਈ, ਬੰਦਿਆਂ ਨੂੰ ਬਲੈਕਮੇਲ ਕਰ ਕਰਕੇ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਨੇ ਔਰ ਕੇਂਦਰੀ ਜਾਂਚ ਏਜੰਸੀਆਂ ਨੇ ਮਮਤਾ ਬੈਨਰਜੀ ਦਾ ਸਾਥ ਛਡਾਇਆ ਤੇ ਇੱਧਰ ਲਿਆਂਦੇ ਸਨ। ਹੁਣ ਵੀ ਜਦੋਂ ਮਮਤਾ ਬੈਨਰਜੀ ਦੁਬਾਰਾ ਸਰਕਾਰ ਬਣ ਗਈ, ਉਹਦੇ 3 ਮੰਤਰੀ ਜਾ ਕੇ ਫੜ ਲਏ ਸਨ। ਇਹ ਸਾਰਾ ਜੋ ਕੁਝ ਹੁੰਦਾ ਪਿਆ ਸੀ, ਇਹਦਾ ਬੰਗਾਲ ਵਿੱਚ ਰਿਐਕਸ਼ਨ ਹੋਇਆ। ਬੰਗਾਲ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਰਿੰਦਰ ਮੋਦੀ ਸਰਕਾਰ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਰਦੀ ਹੈ। ਇਹਦੇ ਮੁਗਲ ਰਾਜ ਦੇ ਮੁੰਡੇ ਨੇ ਵੀ ਚੋਣ ਲੜੀ ਸੀ ਭਾਜਪਾ ਵੱਲੋਂ ਜੀ। ਹੁਣ ਪਹਿਲਾ ਬਿਆਨ ਮੁੰਡੇ ਦਾ ਆਇਆ ਕਿ ਅਸੀਂ ਤਾਂ ਵਾਪਸ ਜਾਣ ਨੂੰ ਤਿਆਰ ਹਾਂ, ਜੇ ਦੀਦੀ ਰਸਤਾ ਦੇਵੇ ਤੇ ਅਸੀਂ ਵਾਪਸ ਜਾ ਰਹੇ ਹਾਂ ਤ੍ਰਿਣਮੂਲ 'ਚ। ਅੱਜ ਹੁਣ ਪਤਾ ਲੱਗ ਗਿਆ ਕਿ ਉਹ ਵੀ ਮਮਤਾ ਬੈਨਰਜੀ ਨੂੰ ਮਿਲਣ ਚੱਲਿਆ ਔਰ ਉਹ ਵੀ ਵਾਪਸ ਜਾ ਰਿਹਾ। ਮਮਤਾ ਬੈਨਰਜੀ ਨੇ ਪਹਿਲਾਂ 33 ਤੇ ਫਿਰ 43 ਦੀ ਲਿਸਟ ਦਿੱਤੀ ਸੀ, ਉਹ ਵੱਖਰੀ ਆ। ਜਿਹੜੇ ਇੱਕ ਇੱਕ ਕਰਕੇ ਪਹਿਲਾਂ ਤ੍ਰਿਣਮੂਲ ਕਾਂਗਰਸ ਨੂੰ ਛੱਡ ਗਏ ਸੀ, ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਦਬਾਅ ਥੱਲੇ ਹੁਣ ਉਹ ਇੱਕ ਇੱਕ ਕਰਕੇ ਸਾਰੇ ਵਾਪਸ ਜਾ ਰਹੇ। ਜਿਉਂ-ਜਿਉਂ ਵਾਪਸ ਜਾਂਦੇ ਆ, ਤਿਉਂ ਭਾਜਪਾ ਦੇ ਬਾਰੇ 'ਚ ਸਾਰੇ ਹਿੰਦੁਸਤਾਨ ਵਿੱਚ ਵੀ, ਹਿੰਦੁਸਤਾਨ ਤੋਂ ਬਾਹਰ ਵੀ ਇਹ ਗੱਲ ਜਾ ਰਹੀ ਹੈ ਕਿ ਲੋਕ ਭਾਜਪਾ ਨਾਲ ਗਏ ਨਹੀਂ ਸਨ, ਇਹ ਵਰਗਲਾਏ ਗਏ ਸਨ, ਇਹ ਅਗਵਾ ਕੀਤੇ ਗਏ ਸਨ, ਇਹ ਬਲੈਕਮੇਲ ਕੀਤੇ ਗਏ ਸਨ, ਇਹ ਦਬਕਾਏ ਗਏ ਸਨ, ਡਰਾਏ ਗਏ ਸਨ। ਉਹ ਜਿਹੜੇ ਦਬਕਾਏ ਗਏ ਸਨ, ਡਰਾਏ ਗਏ ਸਨ, ਕਿੰਨੀ ਕੁ ਦੇਰ ਤੱਕ ਰਹਿ ਸਕਦੇ ਸੀ? ਇੱਕ ਇੱਕ ਕਰਕੇ ਇੱਥੇ ਵਾਪਸ ਜਾ ਰਹੇ ਆ। ਜਿਹੜੇ ਦੂਸਰੇ ਸੂਬਿਆਂ 'ਚ ਭਾਜਪਾ ਵੱਲ ਗਏ ਨੇ ਜਾਂ ਇਸ ਵੇਲੇ ਜਾਂਦੇ ਪਏ ਆ, ਥੋੜ੍ਹਾ ਚਿਰ ਠਹਿਰ ਜਾਓ, ਉਹ ਵੀ ਹੌਲੀ ਹੌਲੀ ਫਿਰ ਵਾਪਸ ਆਉਣਗੇ, ਕਿਉਂਕਿ ਭਾਜਪਾ ਦਾ ਪਾਣੀ ਜਿਉਂ-ਜਿਉਂ ਲੱਥ ਰਿਹਾ, ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਦਾ ਪਿਆ ਕਿ ਪਾਰਟੀ ਦੇਸ਼ ਹਿੱਤ ਦੇ ਨਾਂ 'ਤੇ ਉਹ ਹਰਕਤਾਂ ਕਰਦੀ ਹੈ ਜਿਹੜੀਆਂ ਹਰਕਤਾਂ ਟੋਟਲੀ ਬੇਅਸੂਲੀਆਂ ਨੇ। ਸਭ ਕਿਸਮ ਦੇ ਸਿਧਾਂਤ ਜਿਹੜੇ ਉਹਨਾਂ ਨੂੰ ਛਿੱਕੇ ਟੰਗ ਕੇ ਸਿਰਫ ਤੇ ਸਿਰਫ ਸੱਤਾ ਦੀ ਭੁੱਖ ਜਿਹੜੀ ਪੂਰੀ ਕੀਤੀ ਜਾ ਰਹੀ ਹੈ। ਜੀ, ਛਿੱਕੇ ਤਾਂ ਪੰਨੂ ਸਾਹਿਬ ਕੁੰਭ ਮੇਲੇ ਦੀ ਵੀ ਇੱਕ ਖਬਰ ਯਾਦ ਆ ਗਈ, ਉੱਥੇ ਵੀ ਕਾਨੂੰਨ ਛਿੱਕੇ ਤੇ ਟੰਗਿਆ ਸੀਗਾ। ਕੁੰਭ ਮੇਲੇ 'ਚ ਹੁਣ ਚਰਚਾ ਚੱਲਦੀ ਪਈ ਹੈ ਕਿ ਕਰੋਨਾ ਵਾਇਰਸ ਦੇ ਟੈਸਟ ਕੀਤੇ ਗਏ, ਉਹਦੇ ਵਿੱਚ ਵੀ ਧੋਖਾ ਹੋ ਗਿਆ। ਕੁੰਭ ਮੇਲੇ ਦੇ ਸਵਾਲ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਭਾਰਤ ਵਿੱਚ ਜਦੋਂ ਦੂਸਰੀ ਲਹਿਰ ਸ਼ੁਰੂ ਹੋ ਗਈ ਹੈ ਜੀ, ਜਦੋਂ ਲੋਕ ਮਰਦੇ ਪਏ, ਇੱਕ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਚੋਣ ਜਲਸਿਆਂ 'ਚ ਜਾ ਕੇ ਤੇ ਟੋਟ ਕੇ ਤੇ ਜੋਕ ਚੁਟਕਲੇ ਸੁਣਾਉਂਦਾ ਪਿਆ, ਹੱਥ ਮਾਰ ਕੇ ਤਾੜੀਆਂ ਮਾਰ ਕੇ ਹੱਸਦਾ ਹਸਾਉਂਦਾ ਪਿਆ, ਲੋਕਾਂ ਦੀ ਪਰਵਾਹ ਹੀ ਨਹੀਂ ਜੀ। ਜਿੰਨੇ ਲੋਕ 1.25 ਸਾਲ ਦੇ ਵਿੱਚ ਮਰੇ ਸਨ, ਉਹਨੇ 2 ਮਹੀਨਿਆਂ 'ਚ ਮਰ ਗਏ। ਇਸ ਪ੍ਰਧਾਨ ਮੰਤਰੀ ਦੀ ਗਲਤੀ ਕਾਰਨ ਮਰੇ ਨੇ। ਇਹਨੂੰ ਚੋਣਾਂ ਦਾ ਚਸਕਾ ਜ਼ਿਆਦਾ ਸੀ, ਲੋਕ ਮਰਨ ਦੀ ਚਿੰਤਾ ਨਹੀਂ ਸੀ। ਉਹਦੇ ਦੌਰਾਨ ਹੀ ਕੁੰਭ ਦਾ ਮੇਲਾ ਆ ਗਿਆ। ਕਈਆਂ ਲੋਕਾਂ ਨੇ ਇਤਰਾਜ਼ ਕੀਤਾ ਕਿ ਇਸ ਕੁੰਭ ਮੇਲੇ ਤੇ ਲੱਖਾਂ ਲੋਕ ਤੁਸੀਂ ਇਕੱਠੇ ਕਰੀ ਜਾਂਦੇ, ਕੰਮ ਖਰਾਬ ਹੋਊਗਾ। ਇਹ ਨਹੀਂ ਸੀ ਮੰਨਦੇ, ਕਹਿੰਦੇ ਸੀ ਸਾਡੀ ਸ਼ਰਧਾ ਤੇ ਹਮਲਾ ਕੀਤਾ ਜਾ ਰਿਹਾ। ਫਿਰ ਇਹਨਾਂ ਨੇ ਆਖਿਆ ਅਸੀਂ ਤਾਂ ਲੋਕਾਂ ਦੇ ਟੈਸਟ ਕਰਦੇ ਪਏ ਹਾਂ, ਅਸੀਂ ਲੋਕਾਂ ਨੂੰ ਵੈਕਸੀਨ ਕਰਦੇ ਪਏ ਹਾਂ। ਜਦੋਂ ਇੱਕ ਮਹਾਮੰਡਲੇਸ਼ਵਰ ਮਰ ਗਿਆ, ਫਿਰ ਦੂਸਰਾ ਮਹੰਤ, ਫਿਰ ਤੀਸਰਾ ਮਹਾਮੰਡਲੇਸ਼ਵਰ, ਫਿਰ ਇਹਨਾਂ ਨੇ ਆਪ ਹੀ ਆਖਿਆ ਭੀੜ ਚੱਲ ਜਾਓ, ਕੁੰਭ ਮੇਲਾ ਛੱਡ ਦਿਓ, ਇੱਥੇ ਕੰਮ ਖਰਾਬ ਹੋ ਰਿਹਾ। ਜਿਹੜੇ ਥੋੜ੍ਹੇ ਜਿਹੇ ਸਾਧੂ ਰਹਿ ਗਏ ਉੱਥੇ, ਉਹਨਾਂ ਸਾਧੂਆਂ ਨੇ ਸੰਕੇਤਕ ਤੌਰ ਤੇ ਅਖੀਰਲਾ ਇਸ਼ਨਾਨ, ਸ਼ਾਹੀ ਇਸ਼ਨਾਨ ਕੀਤਾ ਜੀ। ਪਰ ਉਹ ਜਿਹੜੇ ਕਹਿੰਦੇ ਅਸੀਂ ਕਿਸੇ ਤੋਂ ਨਹੀਂ ਡਰਦੇ, ਜਿਹੜੇ ਬਾਕੀ ਸਾਰੇ ਸਿਰ ਤਨ ਨੰਗਾ ਰੱਖਦੇ ਨੇ, ਉਹਨਾਂ ਨੇ ਇਕੱਲੇ ਮੂੰਹ ਦੇ ਉੱਤੇ ਮਾਸਕ ਬੰਨ੍ਹ ਕੇ ਤੇ ਫਿਰ ਇਸ਼ਨਾਨ ਕੀਤਾ। ਜੇ ਡਰਦੇ ਨਹੀਂ ਸੀ, ਮੌਤ ਤੋਂ ਨਹੀਂ ਡਰਦੇ ਹੋ, ਜੇ ਉਹ ਬਿਲਕੁਲ ਇਕੱਲਾ ਸ਼ਰਧਾ ਦਾ ਸਵਾਲ ਸੀ ਤੇ ਫਿਰ ਸਾਰਿਆਂ ਨੂੰ ਮਾਸਕ ਵੀ ਬੰਨ੍ਹਣ ਦੀ ਲੋੜ ਨਹੀਂ ਸੀ। ਸ਼ੁਕਰ ਹੈ ਕਿ ਉਹਨਾਂ ਇਹ ਗੱਲ ਮੰਨ ਲਈ, ਮਾਸਕ ਬੰਨ੍ਹ ਕੇ ਨਹਾਤੇ। ਹੁਣ ਇਹਦੇ ਦੌਰਾਨ ਜਿਹੜਾ ਉੱਥੋਂ ਦੀ ਉੱਤਰਾਖੰਡ ਦੀ ਸਰਕਾਰ, ਭਾਜਪਾ ਸਰਕਾਰ, ਇਹ ਕਹਿੰਦੀ ਸੀ ਕਿ ਅਸੀਂ ਤਾਂ ਸਭ ਲੋਕਾਂ ਦੇ ਵੇਖੋ ਜੀ ਇੰਨੇ ਟੈਸਟ ਕਰ ਦਿੱਤੇ, ਉਹ ਕਰ ਦਿੱਤੇ, ਉਹ ਕਰ ਦਿੱਤੇ। ਉਹਦੇ 'ਚ ਹੁਣ ਸਿਆਪਾ ਇਹ ਪੈ ਗਿਆ ਕਿ ਸਾਡੇ ਪੰਜਾਬ ਦੇ ਇੱਕ ਬੰਦੇ ਨੂੰ ਮੋਬਾਈਲ ਫੋਨ ਤੇ ਮੈਸੇਜ ਆ ਗਿਆ ਕਿ ਕੁੰਭ ਦੇ ਮੇਲੇ 'ਚ ਜਿਹੜਾ ਤੁਸੀਂ ਟੈਸਟ ਕਰਵਾਇਆ ਸੀ, ਤੁਹਾਡੇ ਟੈਸਟ ਦੀ ਰਿਪੋਰਟ ਆਈ ਹੈ। ਉਹਨੇ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਨੂੰ ਸ਼ਿਕਾਇਤ ਭੇਜਤੀ ਜੀ ਕਿ ਮੈਂ ਤਾਂ ਉੱਥੇ ਗਿਆ ਹੀ ਨਹੀਂ, ਮੈਂ ਤਾਂ ਕੋਈ ਟੈਸਟ ਕਰਵਾਇਆ ਹੀ ਨਹੀਂ, ਮੇਰੀ ਰਿਪੋਰਟ ਕਿੱਥੋਂ? ਉਹਦੇ ਤੋਂ ਬਾਅਦ ਪੜਤਾਲ ਸ਼ੁਰੂ ਹੋ ਗਈ। ਹੁਣ ਪਤਾ ਲੱਗਾ 1 ਲੱਖ ਤੋਂ ਵੱਧ ਇਹੋ ਜਿਹੇ ਕੇਸ ਨਿਕਲੇ ਆ ਜਿਹੜੇ ਅਸਲ ਵਿੱਚ ਟੈਸਟ ਹੋਏ ਹੀ ਨਹੀਂ। ਉੱਥੇ 30-40 ਲੈਬਸ ਇਹੋ ਜਿਹੀਆਂ ਲੈਬੋਰਟਰੀਆਂ ਨੇ ਜਿਨ੍ਹਾਂ ਨੇ ਸਰਕਾਰ ਕੋਲੋਂ ਪੈਸੇ ਲੈਣ ਵਾਸਤੇ, ਨੰਬਰ ਬਣਾਉਣ ਲਈ ਕਿ ਅਸੀਂ ਇੰਨੇ ਲੋਕਾਂ ਦੇ ਟੈਸਟ ਕਰਤੇ ਆ, ਕਾਗਜ਼ਾਂ ਵਿੱਚ ਟੈਸਟ ਕੀਤੇ ਆ, ਐਵੇਂ ਹੀ ਜਣੇ ਖਣੇ ਦਾ ਟੈਲੀਫੋਨ ਨੰਬਰ ਭਰੀ ਗਏ। ਉਹਨਾਂ ਸਾਰੇ ਲੋਕਾਂ ਨੂੰ ਉੱਥੇ ਫੋਨ ਆਉਣੇ ਸ਼ੁਰੂ ਹੋ ਗਏ। ਹੁਣ ਫੋਨ ਜਿਨ੍ਹਾਂ ਨੂੰ ਉਹਨਾਂ ਮੈਸੇਜ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਮੈਸੇਜ ਆਉਂਦੇ ਆ, ਜੇ ਕੱਲ੍ਹ ਨੂੰ ਉਹਨਾਂ ਦੇ ਫੋਨ ਦੇ ਜਿਹੜੇ ਟਾਵਰਾਂ ਦੀ ਲੋਕੇਸ਼ਨ ਚੈੱਕ ਕੀਤੀ ਜਾਵੇ
ਤੇ ਉਹ ਪਤਾ ਲੱਗ ਜਾਣਾ ਕਿ ਉਹ ਫੋਨ ਤੇ ਉੱਥੇ ਕਦੇ ਗਏ ਹੀ ਨਹੀਂ, ਜੀ ਫੋਨ ਵਾਲਾ ਵੀ ਨਹੀਂ ਗਿਆ। ਜੇ ਉੱਥੇ ਗਏ ਹੀ ਨਹੀਂ ਤੇ ਉਹਨਾਂ ਦੇ ਟੈਸਟ ਕਿੱਦਾਂ ਹੋ ਗਏ? ਇਹਦਾ ਮਤਲਬ ਕਿ ਕੁੰਭ ਮੇਲੇ ਦੇ ਨਾਂ ਦੇ ਇੱਕ ਠੱਗੀ ਦਾ ਬਹੁਤ ਤਗੜਾ ਕਾਰੋਬਾਰ ਹੋਇਆ। ਪਰ ਜਦੋਂ ਇਹ ਹੁੰਦਾ ਪਿਆ ਸੀ, ਉੱਤਰਾਖੰਡ ਦੀ ਭਾਜਪਾ ਸਰਕਾਰ ਇਸ ਮਾਮਲੇ 'ਚ ਅੱਖਾਂ ਬੰਦ ਕਰਕੇ ਬੈਠੀ ਰਹੀ, ਚੁੱਪ ਕਰਕੇ ਵੇਖਦੀ ਰਹੀ, ਜੋ ਹੁੰਦਾ ਹੋਈ ਜਾਣ ਦਿਓ, ਕਿਉਂਕਿ ਉਹਨਾਂ ਦੇ ਸਾਹਮਣੇ ਇੱਕੋ ਹੀ ਸੀ ਕਿ ਆਪਾਂ ਕੁੰਭ ਮੇਲਾ ਭੁਗਤਾਉਣਾ। ਸਾਰੇ ਦੇਸ਼ ਦੇ ਵਿੱਚ ਅਸੀਂ ਇਹ ਧੁੰਮ ਮਚਾਉਣੀ ਆ ਕਿ ਜੋ ਮਰਜ਼ੀ ਹੋ ਜਾਵੇ। ਵੇਖੋ ਜੀ, ਅਸੀਂ ਸ਼ਰਧਾ ਦਾ ਸਵਾਲ ਸੀ, ਲੋਕਾਂ ਦੀ ਸ਼ਰਧਾ ਨੂੰ ਠੇਸ ਨਹੀਂ ਲੱਗਣ ਦਿੱਤੀ। ਸ਼ਰਧਾ ਨੂੰ ਠੇਸ ਨਾ ਲੱਗਣ ਦਿਓ, ਪਰ ਜਿਹੜੀ ਗੱਲ ਆਖੀ ਗਈ ਸੀ ਕਿ ਜੇ ਉੱਥੇ ਲੋਕ ਆਉਣੇ ਆ ਉਹਨਾਂ ਸਾਰੇ ਟੈਸਟ ਕਰੋ, ਜਿਹੜੇ ਉੱਥੇ ਆਏ ਸਨ ਉਹਨਾਂ ਨੇ ਟੈਸਟ ਕੀਤੇ ਨਹੀਂ। ਅਸਲ ਗੱਲ ਇਹ ਹੈ ਕਿ ਇਹਨਾਂ ਲੈਬੋਰਟਰੀਆਂ 'ਚ ਟੈਸਟ ਕਰਾਉਣ ਗਿਆ ਵੀ ਨਹੀਂ, ਟੈਸਟ ਨਾ ਲੋਕ ਕਰਾਉਣ ਗਏ ਨਾ ਇਹਨਾਂ ਕੀਤੇ, ਕਾਗਜ਼ਾਂ ਵਿੱਚ ਉੱਥੇ ਬੈਠੇ ਬੈਠੇ ਭਰੀ ਗਏ, ਹਰ ਇੱਕ ਦਾ ਟੈਸਟ ਕਰੀ ਗਏ। ਜਦੋਂ ਉਹਨਾਂ ਲੋਕਾਂ ਨੂੰ ਉਹ ਮੈਸੇਜ ਆਉਣੇ ਸ਼ੁਰੂ ਹੋਏ, ਉੱਥੇ ਬੈਠਿਆਂ ਜਿਹੜਾ ਮਰਜ਼ੀ ਨੰਬਰ ਭਰੀ ਜਾਂਦੇ ਸੀ, ਉਹਨਾਂ ਸਾਰੇ ਲੋਕਾਂ ਨੂੰ ਮੈਸੇਜ ਗਏ ਤੇ ਉਹ ਹੱਸੀ ਜਾਂਦੇ ਆ ਕਿ ਅਸੀਂ ਤੇ ਉੱਥੇ ਹੀ ਨਹੀਂ ਗਏ ਤੇ ਸਾਡਾ ਟੈਸਟ ਕਿੱਥੋਂ ਹੋ ਗਿਆ, ਸਾਡੀਆਂ ਰਿਪੋਰਟਾਂ ਕਿੱਥੋਂ ਆ ਗਈਆਂ। ਹੁਣ ਇੰਡੀਅਨ ਕਾਉਂਸਲ ਮੈਡੀਕਲ ਰਿਸਰਚ ਕੋਲ ਜਾਣ ਤੋਂ ਬਾਅਦ ਜਦੋਂ ਪੜਤਾਲ ਹੋਈ ਆ, ਅਜੇ ਤੇ 1 ਲੱਖ ਨਿਕਲੇ ਆ। ਮੈਂ ਕਹਿੰਦਾ ਅਜੇ ਪੜਤਾਲ ਹੋਰ ਚੱਲਣ ਦਿਓ ਜੀ, ਪਤਾ ਨਹੀਂ ਕਿੰਨੇ ਲੱਖ ਨਿਕਲਣਗੇ, ਕਿਉਂਕਿ ਸ਼ਰਧਾ ਦੇ ਨਾਂ ਦੇ ਉੱਤੇ ਜਿਹੜਾ ਇੱਕ ਠੱਗੀ ਠੋਰੀ ਦਾ ਕਾਰੋਬਾਰ ਕੀਤਾ ਗਿਆ ਉੱਥੇ, ਉਹ ਕਾਰੋਬਾਰ ਹੁਣ ਨੰਗਾ ਹੋਣਾ ਚਾਹੀਦਾ। ਇਹ ਇੱਕ ਵਾਰੀ ਸਾਰਾ ਭੇਦ ਖੁੱਲ੍ਹ ਜਾਣ ਦੇਣਾ ਚਾਹੀਦਾ। ਪਰ ਸਰ ਕਮੇਟੀ ਬਣਾ ਦੇਣਗੇ ਕੋਈ, ਉਹਨਾਂ ਦਾ ਕੀ ਹੈ? ਕਿਉਂਕਿ ਰਾਵਤ ਹੋਣੀ ਤਾਂ ਪਹਿਲਾਂ ਵੀ ਕਹਿੰਦੇ ਸੀਗੇ ਕਿ ਸ਼ਰਧਾ ਦੇ ਨਾਲ ਹੀ ਸਾਰਾ ਕੁਝ ਹੈ। ਕਿਹੜੇ ਰਾਵਤ ਹੋਣੀ ਤੇ ਗਊ ਗੋਬਰ ਤੇ ਗਊ ਮੂਤਰ ਦੀਆਂ ਵੀ ਗੱਲਾਂ ਕਰਦੇ ਬਥੇਰੇ ਨੇ। ਇਹ ਮਾਮਾਲੀ ਨੂੰ ਲੈ ਜਾਣ, ਉਹ ਕਹਿੰਦੀ ਆ ਕਿਸੇ ਚੀਜ਼ ਦੀ ਲੋੜ ਹੀ ਨਹੀਂ ਦਵਾਈਆਂ ਦੀ, ਤੁਸੀਂ ਹਵਨ ਕਰੋ ਤੇ ਕਰੋਨਾ ਵੈਸੇ ਹੀ ਭੱਜ ਜਾਂਦਾ। ਪਤਾ ਨਹੀਂ ਉੱਥੋਂ ਬੰਬੇ 'ਚੋਂ 2-3 ਐਕਟਰਸਾਂ ਨਾਲ ਲੈ ਲਓ ਜਿਹੜੀਆਂ ਕਹਿੰਦੀਆਂ ਅੱਖੀਆਂ ਸੇ ਗੋਲੀ ਮਾਰੋ, ਉਹਨਾਂ ਨੂੰ ਲੈ ਜਾਓ, ਅੱਖੀਆਂ ਸੇ ਗੋਲੀ ਮਾਰਿਆ ਕਰੋਨਾ ਭੱਜ ਜੂਗਾ। ਇਹਦੇ ਨਾਲ ਤਾਂ ਨਹੀਂ ਕੁਝ ਵੀ ਹੋਣ ਲੱਗਾ। ਟਰਾਲੀਆਂ ਵੀ ਲੈ ਜਾਣਗੇ। ਪਰ ਸਾਹਿਬ, ਹਨੀਪ੍ਰੀਤ ਦੇ ਸਹੁਰਿਆਂ ਦੇ ਹੁਣ ਕੇਸ ਦਰਜ ਕਰਾਇਆ, ਉਹ ਕਹਿੰਦੇ ਕਿ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਕੌਣ ਆ ਹੁਣ ਧਮਕੀਆਂ ਦੇ ਰਿਹਾ? ਦੇਖੋ, ਹਨੀਪ੍ਰੀਤ ਕੌਰ ਇਹਦਾ ਅਸਲੀ ਨਾਂ ਹੈਗਾ ਪ੍ਰਿਯੰਕਾ ਤਨੇਜਾ ਜੀ। ਇਹ ਕਰਨਾਲ ਦੇ ਗੁਪਤਾ ਪਰਿਵਾਰ 'ਚ ਵਿਆਹੀ ਸੀ। ਮਿਲਣ ਵਾਸਤੇ ਉੱਥੇ ਗਏ ਬਾਬੇ ਨੂੰ, ਸੱਚੇ ਸੌਦੇ ਸਿਰਸੇ। ਬਾਬੇ ਨੇ ਆਖਿਆ ਤਾਂ ਬਹੁਤ ਚੰਗੀ ਹੈ, ਇਹਦਾ ਅਸੀਂ ਨਾਮਕਰਨ ਕਰਨਾ, ਇਹ ਡੇਰੇ ਦੇ ਵਿੱਚ ਰਹਿ ਗਈ। ਉਹਦਾ ਨਾਮ ਬਦਲ ਕੇ ਕਰਤਾ ਹਨੀਪ੍ਰੀਤ। ਉਹ ਡੇਰੇ 'ਚ ਰਹਿਣ ਲੱਗ ਪਈ ਜੀ। ਪਰਿਵਾਰ ਚਾਹੁੰਦਾ ਸੀ ਕਿ ਵਾਪਸ ਆਵੇ, ਇਹ ਨਹੀਂ ਆਈ। ਜਦੋਂ 2017 'ਚ ਬਾਬਾ 2 ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ ਅੰਦਰ ਚਲਾ ਗਿਆ ਜੀ। ਅਜੇ ਕਤਲ ਦੇ ਕੇਸ ਵਿੱਚ ਸਜ਼ਾ ਉਹਨੂੰ ਬਾਅਦ 'ਚ ਹੋਈ ਹੈ, ਛਤਰਪਤੀ ਵਾਲੀ ਸੀ। ਇਹ ਜਦੋਂ ਬਾਬੇ ਨੂੰ ਅੰਦਰ ਛੱਡਣ ਗਏ, ਜੇਲ੍ਹ ਤੱਕ ਗਏ, ਹੈਲੀਕਾਪਟਰ 'ਚ ਨਾਲ ਗਈ। ਉੱਥੇ ਜਾ ਕੇ ਜੇਲ੍ਹ ਦੇ ਉੱਤੇ ਗਾਰਡਾਂ ਨਾਲ ਤੇ ਅਫਸਰਾਂ ਨਾਲ ਲੜਦੀ ਰਹੀ ਕਿ ਮੈਂ ਜੇਲ੍ਹ ਦੇ ਵਿੱਚ ਵੀ ਬਾਬੇ ਦੇ ਕੋਲ ਰਹਿਣਾ। ਉਦੋਂ ਫਿਰ ਬਹੁਤ ਸਟੋਰੀਆਂ ਛਪੀਆਂ ਸੀ ਕਿ ਇਹਨੇ ਆਪਣਾ ਘਰ ਪਰਿਵਾਰ ਕਿੱਦਾਂ ਛੱਡਿਆ ਜੀ, ਬਾਬੇ ਦੇ ਕੋਲ ਕਿੱਦਾਂ ਗਈ। ਮੈਂ ਉਹ ਸਾਰੀਆਂ ਕਹਾਣੀਆਂ ਅੱਜ ਨਹੀਂ ਦੁਹਰਾਉਣੀਆਂ ਚਾਹੁੰਦਾ, ਔਰ ਉਹ ਇਹਦੀਆਂ ਵੱਧ ਜ਼ਿਆਦਾ ਕਹਾਣੀਆਂ ਕਿ ਸੁਣਾਉਣੀਆਂ ਸਾਡੇ ਵਰਗੇ ਬੰਦੇ ਨੂੰ ਵੈਸੇ ਵੀ ਭੈੜੀਆਂ ਲੱਗਦੀਆਂ, ਚੰਗਾ ਨਹੀਂ ਲੱਗਦਾ। ਪਰ ਇਹ ਜਿਹੜਾ ਬਾਬਾ ਤੇ ਇਹ ਬੀਬੀ ਆ, ਇਹਨਾਂ ਦੋਵਾਂ ਨੇ ਇਸ ਗੱਲ ਦੀ ਕਦੇ ਲੋਕ ਲਾਜ ਦੀ ਕੋਈ ਬਹੁਤੀ ਪਰਵਾਹ ਨਹੀਂ ਕੀਤੀ। ਹੁਣ ਵੀ ਜਿੰਨੀ ਵਾਰੀ ਬਾਬਾ ਬਾਹਰ ਆਇਆ, ਹਰ ਵਾਰੀ ਆ ਕੇ ਪਹਿਲੀ ਗੱਲ ਕਰਦਾ ਸੀ, ਹਨੀਪ੍ਰੀਤ ਨੂੰ ਮਿਲਾ ਦਿਓ। ਔਰ ਅਖਬਾਰਾਂ 'ਚ ਆ ਜਾਂਦਾ ਸੀ। ਉਹ ਨਾ ਕਹਿੰਦਾ ਸੀ ਮੇਰੀ ਪਤਨੀ ਨੂੰ ਬੁਲਾਓ, ਨਾ ਕਹਿੰਦਾ ਸੀ ਮੁੰਡੇ ਨੂੰ, ਨਾ ਧੀ ਨੂੰ, ਹਨੀਪ੍ਰੀਤ ਨੂੰ ਬੁਲਾ ਦਿਓ। ਜਿੱਦਣ ਮਾੜਾ ਜਿਹਾ ਇੱਕ ਰਿਪੋਰਟ ਆਈ ਕਿ ਪੋਜ਼ੀਟਿਵ ਹੈ, ਇਹਨੂੰ ਮੈਦਾਂਤਾ ਹਸਪਤਾਲ ਲੈ ਕੇ ਗੁੜਗਾਉਂ, ਇਹਦੇ ਜਾਣ ਤੋਂ ਪਹਿਲਾਂ ਹਨੀਪ੍ਰੀਤ ਉੱਥੇ ਪਹੁੰਚੀ ਤੇ ਉਹਦਾ ਅਟੈਂਡੈਂਟ ਦਾ ਕਾਰਡ ਬਣ ਗਿਆ। ਰੌਲਾ ਪੈ ਗਿਆ ਕਿ ਇਹ ਕਿੱਦਾਂ ਬਣ ਗਿਆ, ਇਹ ਬੀਬੀ ਉਹਦੀ ਲੱਗਦੀ ਕੀ ਆ। ਉੱਥੋਂ ਦੇ ਲੋਕਲ ਪੁਲਿਸ ਦੇ ਡੀਐਸਪੀ ਨੇ ਆ ਕੇ ਆਖਿਆ ਕਿ ਉਹ ਬੰਦਾ ਕਤਲ ਦੇ ਕੇਸ ਵਿੱਚ ਅੰਦਰ ਆ। ਇਸ ਬੀਬੀ ਤੇ ਪੰਚਕੂਲੇ ਦੀ ਹਿੰਸਾ ਦਾ ਕੇਸ ਹੈ, ਜਿਹਦੇ 'ਚ 29 ਬੰਦੇ ਪੰਚਕੂਲੇ 'ਚ ਤੇ 12 ਉੱਥੇ ਸਿਰਸੇ 'ਚ ਮਰੇ ਸੀ ਜੀ। ਇਹ ਦੋਵੇਂ ਜਿੱਦਾਂ ਦੇ ਹੈਗੇ ਨੇ, ਜੇ ਇਹਨਾਂ ਕੋਈ ਸਾਜ਼ਿਸ਼ ਕੀਤੀ ਇੱਥੋਂ ਭੱਜ ਗਏ ਤੇ ਜ਼ਿੰਮੇਵਾਰ ਤੁਸੀਂ ਹੋਵੋਗੇ। ਤੁਸੀਂ ਇਸ ਬੀਬੀ ਨੂੰ ਪਾਸ ਕਿੱਦਾਂ ਬਣਾ ਕੇ ਦਿੱਤਾ ਸਾਥੋਂ ਪੁੱਛੇ ਬਗੈਰ? ਇਹ ਸਿਕਿਉਰਿਟੀ ਦਾ ਮਾਮਲਾ। ਫਿਰ ਸਾਰੇ ਦੇਸ਼ ਵਿੱਚ ਖੇਹ ਉੱਡੀ ਤੇ ਉਸ ਹਸਪਤਾਲ ਵਾਲੇ ਪਤਾ ਨਹੀਂ ਉਹਨਾਂ ਤੇ ਕਿਹੜੇ ਮੰਤਰੀ ਦਾ ਪ੍ਰੈਸ਼ਰ ਹੋਵੇ, ਉਹਨਾਂ ਨੂੰ ਉਹ ਅਟੈਂਡੈਂਟ ਪਾਸ ਰੱਦ ਕਰਨਾ ਪਿਆ ਤੇ ਬਾਬੇ ਨੂੰ ਫਿਰ ਉੱਥੋਂ ਗੱਡੀ 'ਚ ਬਿਠਾ ਕੇ ਤੇ ਸੁਨਾਰੀਆ ਜੇਲ੍ਹ ਭੇਜਣਾ ਪਿਆ, ਕਿਉਂਕਿ ਰਿਪੋਰਟ ਦੱਸਦੀ ਸੀ ਕਿ ਬਾਬੇ ਨੂੰ ਕਰੋਨਾ ਕੋਈ ਨਹੀਂ, ਨੈਗੇਟਿਵ ਰਿਪੋਰਟ ਹੈ, ਬਾਬਾ ਝੂਠ ਬੋਲਦਾ ਜੀ। ਹੁਣ ਉੱਧਰੋਂ ਉਹਨੂੰ ਭੇਜ ਦਿੱਤਾ ਗਿਆ। ਉੱਧਰੋਂ ਕਰਨਾਲ ਦੇ ਵਿੱਚੋਂ ਹਨੀਪ੍ਰੀਤ ਦੇ ਜਿਹੜੇ ਸਹੁਰਾ ਤੇ ਪਤੀ ਆ, ਉਹਨਾਂ ਨੇ ਕਰਨਾਲ ਦੀ ਪੁਲਿਸ ਨੂੰ ਜਾ ਕੇ ਇੱਕ ਨਵੀਂ ਅਰਜੀ ਦੇ ਦਿੱਤੀ ਆ। ਉਹ ਕਹਿੰਦੇ ਜੀ ਸਾਡਾ ਕੀ ਕਸੂਰ ਆ, ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਤੁਹਾਨੂੰ ਜਾਨ ਤੋਂ ਮਾਰ ਦੇਣਾ। ਉਹ ਕਹਿੰਦੇ ਅਸੀਂ ਤੇ ਚੁੱਪ ਕਰਕੇ ਬੈਠੇ ਹਾਂ, ਅਸੀਂ ਤੇ ਦੜ ਵੱਟ ਕੇ ਬੈਠ ਗਏ ਤੇ ਡਰਦੇ ਬੋਲਦੇ ਹੀ ਨਹੀਂ, ਸਾਨੂੰ ਧਮਕੀ ਹੁੰਦੀਆਂ। ਉਹਨੇ ਫਿਰ ਆਖਿਆ ਜੀ ਕੱਲ ਫਿਰ ਸਾਨੂੰ ਧਮਕੀ ਆਈ। ਇੱਕ ਬੰਦੇ ਨੇ ਆਖਿਆ ਮੈਂ ਯੂਪੀ ਤੋਂ ਬੋਲਦਾ, ਮੇਰਾ ਨਾਂ ਕਮਲ ਹੈ। ਔਰ ਜਦੋਂ ਇਹ ਗੱਲ ਆਈ ਹੈ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ, ਪੁਲਿਸ ਕੋਲ ਰਿਪੋਰਟ ਦਰਜ ਕਰਾਈ ਗਈ ਹੈ ਤੇ ਉਹਦੇ 'ਚ ਇੱਕ ਗੱਲ ਹੋਰ ਲਿਖਾਈ ਗਈ ਹੈ
ਕਿ ਡੇਰਾ ਸੱਚਾ ਸੌਦਾ ਦੇ ਵਿੱਚ ਬਾਬੇ ਨੇ ਇੱਕ ਕੁਰਬਾਨੀ ਗੈਂਗ ਬਣਾਇਆ। ਜੀ ਮਾਫ ਕਰਨਾ, ਕੁਰਬਾਨੀ ਗੈਂਗ ਦੀ ਗੱਲ ਉਦੋਂ ਵੀ ਚੱਲੀ ਸੀ ਜਦੋਂ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾੜ ਕੇ ਅੱਡ-ਅੱਡ ਥਾਵਾਂ ਤੇ ਅੰਗ ਖਿਲਾਰਨ ਦੀ ਗੱਲ ਚੱਲੀ ਸੀ। ਕੁਰਬਾਨੀ ਗੈਂਗ ਦੀ ਗੱਲ ਉਦੋਂ ਵੀ ਆਈ ਸੀ ਜੀ ਔਰ ਦੱਸਿਆ ਗਿਆ ਸੀ ਕਿ ਉੱਥੇ ਸੱਚੇ ਸੌਦੇ ਡੇਰੇ 'ਚ ਉਹਦੀਆਂ ਮੀਟਿੰਗਾਂ ਹੁੰਦੀਆਂ ਨੇ। ਹੁਣ ਕੁਰਬਾਨੀ ਗੈਂਗ ਦੀ ਗੱਲ ਫੇਰ ਆ ਗਈ ਹੈ। ਗੈਂਗ ਤਾਂ ਆਪਣੇ ਆਪ ਦੇ ਵਿੱਚ ਹੀ ਬੜਾ ਮਾੜਾ ਲਫ਼ਜ਼ ਹੁੰਦਾ। ਇਹਨਾਂ ਨੇ ਜੇ ਕੁਰਬਾਨੀ ਵਾਸਤੇ ਵੀ ਇੱਕ ਗਰੁੱਪ ਬਣਾਇਆ, ਜੇ ਸੱਚੀ-ਮੁੱਚ ਕੁਰਬਾਨੀ ਵਾਸਤੇ ਬਣਾਉਂਦੇ, ਇਹ ਕੁਰਬਾਨੀ ਟੀਮ ਹੋ ਸਕਦੀ ਸੀ, ਕੁਰਬਾਨੀ ਦਸਤਾ ਹੋ ਸਕਦਾ ਸੀ, ਕੁਰਬਾਨੀ ਗੈਂਗ ਕਿਉਂ ਬਣਾਇਆ ਜੀ। ਇਹਦਾ ਮਤਲਬ ਇਹ ਸੋਚਣੀ ਵੀ, ਨੀਤ ਵੀ, ਸਾਰਾ ਕੁਝ ਇਦਾਂ ਦਾ, ਨੀਤ ਨੀਤੀਆਂ ਸਾਰਾ ਕੁਝ ਹੀ ਇਦਾਂ ਦਾ ਖਰਾਬ ਹੈ। ਉਹ ਹੁਣ ਉੱਥੋਂ ਦੀ ਕਰਨਾਲ ਦੀ ਪੁਲਿਸ ਨੇ ਆਖਿਆ ਜੀ ਸਾਡੀ ਕੋਈ ਸ਼ਿਕਾਇਤ ਉਸ ਪਰਿਵਾਰ ਨੇ ਦੇ ਦਿੱਤੀ ਹੈ। ਜਿਹੜੇ ਟੈਲੀਫੋਨ ਆਉਂਦੇ ਰਹੇ ਉਹਨਾਂ ਟੈਲੀਫੋਨਾਂ ਤੋਂ ਵੀ ਪਤਾ ਲੱਗ ਜੂ ਕੌਣ ਕਰਦੇ ਨੇ ਜੀ। ਉਹ ਐਸਪੀ ਨੇ ਆਖਿਆ ਜੀ ਅਸੀਂ ਉਹਦੀ ਪੜਤਾਲ ਕਰਦੇ ਪਏ, ਉਸ ਪੜਤਾਲ ਤੋਂ ਬਾਅਦ ਜੇ ਲੋੜ ਪਈ ਤੇ ਅਸੀਂ ਕੇਸ ਵੀ ਦਰਜ ਕਰਾਂਗੇ ਤੇ ਅਗਲੀ ਕਾਰਵਾਈ ਵੀ ਕਰਾਂਗੇ। ਪਰ ਹੈਰਾਨੀ ਹੈ ਕਿ ਇਹ ਬਾਬਾ ਜੇਲ੍ਹ ਵਿੱਚ ਬੈਠਾ ਹੋਵੇ ਤੇ ਬਾਬੇ ਦੇ ਬੰਦੇ ਇਸ ਵੇਲੇ ਵੀ ਜੇ ਇਸ ਤਰ੍ਹਾਂ ਦੀਆਂ ਧਮਕੀਆਂ ਹਨੀਪ੍ਰੀਤ ਦੇ ਪਰਿਵਾਰ ਨੂੰ ਦਿੰਦੇ। ਹਨੀਪ੍ਰੀਤ ਦੇ ਧਮਕੀਆਂ ਦੇਣ ਦਿਵਾਉਣ 'ਚ ਸ਼ਾਮਲ ਹੈ ਕਿ ਨਹੀਂ ਸ਼ਾਮਲ, ਇਹ ਇੱਕ ਵੱਖਰਾ ਵਿਸ਼ਾ ਹੋਊ, ਪਰ ਜ਼ਮਾਨਤ ਤੇ ਹੈ। ਜੇ ਇਹ ਗੱਲ ਬਾਹਰ ਨਿਕਲੇ ਤੇ ਹਨੀਪ੍ਰੀਤ ਦੀ ਆਪਣੀ ਜ਼ਮਾਨਤ ਵੀ ਰੱਦ ਕਰਕੇ ਜੇਲ੍ਹ ਵਿੱਚ ਜਾ ਸਕਦੀ ਔਰ ਭੇਜ ਹੀ ਦੇਣੀ ਚਾਹੀਦੀ ਹੈ। ਜੋ ਕੁਝ ਕਰਦੀ ਪਈ ਆ ਕੁੜੀ ਜੀ, ਇੱਕ ਹੱਦ ਹੁੰਦੀ ਆ, ਉਹ ਹੱਦ ਤੋਂ ਟੱਪ ਰਹੀ ਹੈ। ਹੱਦ ਤੋਂ ਟੱਪ ਰਹੀ ਹੈ, ਪਰ ਰਾਮ ਰਹੀਮ ਤਾਂ ਵਾਪਸ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਪੰਜ ਸਾਹਿਬ ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸੋ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ ਹੈ। ਕੱਲ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।